हाँ जी बेटा, गुड मॉर्निंग स्टूडेंट्स टू ऑल ऑफ यू। ਅਸੀਂ ਚੈਪਟਰ ਸਟਾਰਟ ਕੀਤਾ ਸੀਗਾ ਬੇਟਾ। ਸਾਡਾ ਇੱਕ ਲਾਸਟ ਟੌਪਿਕਸ ਕੁਝ ਰਹਿੰਦੇ ਸੀਗੇ ਇਹਦੇ ਫੰਡਾਮੈਂਟਲ ਯੂਨਿਟ ਆਫ ਲਾਈਫ। ਠੀਕ ਹੈ, ਇਹ ਵਾਲਾ ਚੈਪਟਰ ਸਟਾਰਟ ਕੀਤਾ ਸੀਗਾ। ਉਹਦੇ ਕਾਫੀ ਹੱਦ ਤੱਕ ਅਸੀਂ ਕਵਰ ਕਰ ਚੁੱਕੇ। 2 ਵੀਡੀਓਜ਼ ਪਹਿਲਾਂ ਮੈਂ ਪਾ ਚੁੱਕਾ ਤੁਹਾਨੂੰ। 3rd ਵੀਡੀਓ ਅੱਜ ਕਵਰ ਕਰਾਂਗੇ ਇਹਦੇ ਵਿੱਚ। ਟਿਲ ਇੱਥੇ ਤੱਕ ਆਪਾਂ ਕਰ ਚੁੱਕੇ ਸੀਗੇ। ਠੀਕ ਹੈ, ਨੈਕਸਟ ਆਪਾਂ ਕਰਾਂਗੇ ਵਿੱਚ ਪ੍ਰੋਕੈਰੀਓਟਸ ਐਂਡ ਯੂਕੈਰੀਓਟਸ। ਕਹਿੰਦਾ ਵਾਇਰਸਿਸ ਡੂ ਨੋਟ ਹੈਵ ਸੈਲੂਲਰ ਸਟਰਕਚਰ। ਠੀਕ ਹੈ, ਵਾਇਰਸ ਦੇ ਵਿੱਚ ਜਿਹੜਾ ਉਹ ਸੈਲੂਲਰ ਸਟਰਕਚਰ ਨਹੀਂ ਹੁੰਦਾ। ਜਿਸ ਤਰ੍ਹਾਂ ਦਾ ਸੈੱਲ ਦਾ ਸਟਰਕਚਰ ਹੁੰਦਾ ਨਾ, ਉਸ ਤਰ੍ਹਾਂ ਦਾ ਵਾਇਰਸ ਦਾ ਸਟਰਕਚਰ ਨਹੀਂ ਹੁੰਦਾ। the same is present in all other organisms. Cellular structure is of 2 types. ਹੁਣ ਸੈੱਲ ਦਾ ਸਟਰਕਚਰ ਜਿਹੜਾ ਹੁੰਦਾ ਨਾ ਬੇਟਾ 2 ਤਰ੍ਹਾਂ ਦਾ ਹੁੰਦਾ ਆ, ਇੱਕ ਪ੍ਰੋਕੈਰੀਓਟ ਅਤੇ ਇੱਕ ਯੂਕੈਰੀਓਟ। ਠੀਕ ਹੈ, ਅੰਡਰਸਟੂਡ ਹੈ। 2 ਆ। ਹੁਣ ਯੂਕੈਰੀਓਟਸ ਦੇ ਵਿੱਚ ਕੀ ਹੁੰਦਾ? ਇਨ ਯੂਕੈਰੀਓਟਸ ਇਹ ਟਰੂ ਨਿਊਕਲੀਅਸ ਐਂਡ ਮੈਂਬਰੇਨ ਬਾਉਂਡ ਆਰਗੇਨੇਲਸ ਆਰ ਪ੍ਰੈਜ਼ੈਂਟ। ਇਹ 'ਚ ਵੈਲ ਆਰਗੇਨਾਈਜ਼ ਨਿਊਕਲੀਅਸ ਜਿਹੜਾ ਇੱਕ ਪ੍ਰੈਜ਼ੈਂਟ ਹੁੰਦਾ ਆ ਯੂਕੈਰੀਓਟਸ ਦੇ ਵਿੱਚ। ਯੂਕੈਰੀਓਟ ਸੈੱਲ ਕਿਹੜਾ ਹੁੰਦਾ? ਜਿਹਦੇ ਵਿੱਚ ਵੈਲ ਆਰਗੇਨਾਈਜ਼ ਨਿਊਕਲੀਅਸ ਪ੍ਰੈਜ਼ੈਂਟ ਹੁੰਦਾ, ਆਰਗੇਨੇਲਸ ਪ੍ਰੈਜ਼ੈਂਟ ਹੁੰਦੇ ਆ। ਐਗਜ਼ਾਮਪਲ ਜਿੱਦਾਂ ਪਲਾਂਟਸ ਚੱਲ, ਐਨੀਮਲਸ ਦੇ ਸਾਰੇ ਯੂਕੈਰੀਓਟਸ ਆ। ਠੀਕ ਹੈ, ਹੁਣ ਬਟ ਪ੍ਰੋਕੈਰੀਓਟਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀ ਹੁੰਦੀਆਂ? ਐਬਸੈਂਟ ਹੁੰਦੀਆਂ। ਜਿੱਦਾਂ ਮੈਂਬਰੇਨ, ਸੈੱਲ ਮੈਂਬਰੇਨ ਹੋ ਗਈ। ਸੈੱਲ ਮੈਂਬਰੇਨ ਤਾਂ ਪ੍ਰੈਜ਼ੈਂਟ ਹੁੰਦੀ, ਬਟ ਉਹਦੇ ਵਿੱਚ ਜਿਹੜੇ ਆਰਗੇਨੇਲਸ ਹੁੰਦੇ ਆ, ਠੀਕ ਹੈ, ਉਹ ਸਾਰੇ ਐਬਸੈਂਟਸ ਹੁੰਦੇ ਆ। ਠੀਕ ਹੈ, ਸੋ ਪ੍ਰੋਕੈਰੀਓਟਸ ਕੰਪਰੋਮਾਈਜ਼ ਬੈਕਟੀਰੀਆ। ਨੂੰ ਪ੍ਰੋਕੈਰੀਓਟਸ ਦੇ ਵਿੱਚ ਕੀ ਕੀ ਹੁੰਦਾ ਹੈ? ਬੈਕਟੀਰੀਆ ਹੁੰਦੇ ਆ, ਸਾਈਨੋ ਬੈਕਟੀਰੀਆ ਹੁੰਦੇ ਆ, ਪਲਾਂਟਸ, ਐਨੀਮਲਸ, ਪ੍ਰੋਟੋਜ਼ੋਆ, ਯੂਕੈਰੀਓਟਸ। ਠੀਕ ਹੈ, ਇਹ ਨਿਊਕਲੀਅਸ ਇਜ਼ ਐਬਸੈਂਟ ਇਨ ਦ ਪ੍ਰੋਕੈਰੀਓਟਸ। ਦੇयर इज़ नो न्यूक्लियर एनवेल। जेनेटिक मटीरियल लाइज फ्री इन द साइटोप्लाज्म। ठीक है, ਨਿਊਕਲੀਅਸ ਜਿਹੜਾ ਉਹ ਵੀ ਐਬਸੈਂਟ ਹੁੰਦਾ ਪ੍ਰੋਕੈਰੀਓਟਸ ਦੇ ਵਿੱਚ। ਕੋਈ ਨਿਊਕਲੀਅਰ ਐਨਵੈਲਪ ਨਹੀਂ ਹੁੰਦੀ। ਠੀਕ ਹੈ, ਜੈਨੇਟਿਕ ਮਟੀਰੀਅਲ ਜਿਹੜਾ ਹੁੰਦਾ ਉਹਦੇ ਵਿੱਚ ਉਹ ਫਰੀਲੀ ਲਾਈ ਕਰਦਾ ਹੁੰਦਾ। ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦਾ? ਉਹ ਸਾਈਟੋਪਲਾਜ਼ਮ ਦੇ ਵਿੱਚ। ਠੀਕ ਹੈ, ਅੱਗੇ ਤਾਂ ਵੈਸੇ ਹੁਣ ਜਿਹੜਾ ਪਲਾਂਟ ਸੈੱਲ, ਐਨੀਮਲ ਸੈੱਲ ਦੇ ਵਿੱਚ ਜਿਹੜਾ ਜੈਨੇਟਿਕ ਮਟੀਰੀਅਲ ਉਹਦੇ ਵਿੱਚ ਨਿਊਕਲੀਅਸ ਹੁੰਦਾ, ਉਹਦੇ ਵਿੱਚ DNA ਹੁੰਦਾ। DNA ਦੇ ਅੰਦਰ ਜਾ ਕੇ ਸਾਰੀਆਂ ਚੀਜ਼ਾਂ ਪ੍ਰੈਜ਼ੈਂਟ ਹੁੰਦੀਆਂ। ਠੀਕ ਹੈ, ਬਟ ਪ੍ਰੋਕੈਰੀਓਟਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਐਬਸੈਂਟ ਹੁੰਦੀਆਂ। ਦ ਫੰਕਸ਼ਨਸ ਆਫ ਥੀਸ ਆਰਗੇਨੇਲਸ ਆਰ ਪਰਫਾਰਮਡ ਬਾਈ ਪਿਓਰਲੀ ਆਰਗੇਨਾਈਜ਼ਡ parts of the cytoplasm. Ribosomes present ਹੁੰਦੇ ਆ, they are of 70s compared to eukaryotes ਦੇ ਵਿੱਚ 80s ਹੁੰਦੇ ਆ। ਠੀਕ ਹੈ, ਅੱਗੇ ਨੈਕਸਟ ਆ ਜਾਂਦਾ ਬੇਟਾ, ਇਹ ਡਿਫਰੈਂਸ ਤੁਸੀਂ ਜ਼ਰੂਰ ਕਰ ਲੈਣਾ, 1-2 ਮਾਰਕਸ ਤਾਂ ਤੁਹਾਨੂੰ ਪੁੱਛ ਸਕਦੇ। ਸੋ ਅੱਗੇ ਆ ਜਾਂਦਾ ਸਾਈਟੋਪਲਾਜ਼ਮ। ਹੁਣ ਸਾਈਟੋਪਲਾਜ਼ਮ ਇੱਕ ਉਹ ਚੀਜ਼ ਆ ਜਿੱਦਾਂ ਸੈੱਲ ਸੀਗਾ ਬੇਟਾ, ਆਹ ਸੈਂਟਰ ਦੇ ਵਿੱਚ ਨਿਊਕਲੀਅਸ ਲਾ ਲਓ, ਨਿਊਕਲੀਓਲਸ ਲਾ ਲਓ, ਆਹ ਵਾਲੀ ਚੀਜ਼ ਆ ਸਾਰੀ ਸਾਈਟੋਪਲਾਜ਼ਮ ਆ। ਜਿਹੜੇ ਡਾਟਸ ਤੁਹਾਨੂੰ ਸ਼ੋ ਹੋ ਰਹੀ ਆ, ਇਹ ਸਾਰੀ ਸੈੱਲ ਦੇ ਅੰਦਰ ਕੀ ਹੈ? ਸਾਈਟੋਪਲਾਜ਼ਮ। ਠੀਕ ਹੈ, ਲੱਗ ਗਈ ਸਮਝ? ਸੋ ਸਾਈਟੋਪਲਾਜ਼ਮ ਦੇ 2 ਪਾਰਟਸ ਆ, ਇੱਕ ਸਾਈਟੋਸੋਲ ਅਤੇ ਆਰਗੇਨੈਲ। ਸਾਈਟੋਸੋਲ ਅਤੇ ਸੈੱਲ ਆਰਗੇਨੈਲ। ਠੀਕ ਹੈ, ਸਾਈਟੋਸੋਲ ਉਹ ਹੁੰਦਾ ਫਲੂਇਡ ਹੁੰਦਾ, ਪਾਰਟ ਹੁੰਦਾ ਸਾਈਟੋਪਲਾਜ਼ਮ ਦਾ। ਇਟ ਇਜ਼ ਅ ਵਿਸਕਸ ਹੁੰਦਾ, ਹੋਮੋਜੀਨੀਅਸ ਹੁੰਦਾ, ਕ੍ਰਿਸਟੈਲੋ ਕੋਲੋਇਡਲ ਲਿਕੁਇਡ ਹੁੰਦਾ, ਜਿਹਦੇ ਵਿੱਚ ਨੰਬਰ ਆਫ ਸਬਸਟੈਂਸ ਪ੍ਰੈਜ਼ੈਂਟ ਹੁੰਦੇ ਆ, ਜਿੱਦਾਂ ਕਿ ਵਾਟਰ, ਵਾਈਨਸ, ਐਨਜ਼ਾਈਮ, ਵਿਟਾਮਿਨਸ, ਐਮਾਈਨੋ ਐਸਿਡਸ, ਕਾਰਬੋਹਾਈਡਰੇਟ, ਲਿਪਿਡਸ, ਪ੍ਰੋਟੀਨਸ। ਇਹ ਸਾਰੇ ਕਿਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ? ਸਾਈਟੋਸੋਲ ਦੇ ਵਿੱਚ ਪ੍ਰੈਜ਼ੈਂਟ ਹੁੰਦੇ। ਤੁਹਾਨੂੰ ਪਤਾ ਹੋਣਾ ਚਾਹੀਦਾ ਸਾਈਟੋਪਲਾਜ਼ਮ ਦੇ 2 ਪਾਰਟਸ ਹੁੰਦੇ ਆ ਬੇਟਾ, ਸਾਈਟੋਸੋਲ, ਠੀਕ ਹੈ, ਇੱਕ ਸੈੱਲ ਆਰਗੇਨੇਲਸ। ਹੁਣ ਜਿਹੜੇ ਸੈੱਲ ਆਰਗੇਨੇਲਸ ਤੁਹਾਨੂੰ ਪਤਾ ਹੀ ਆ। ਠੀਕ ਹੈ, ਹੁਣ ਸੈੱਲ ਆਰਗੇਨੇਲਸ ਦੇ ਵਿੱਚ ਹੁਣ ਐਂਡੋਪਲਾਜ਼ਮ, ਰੈਟੀਕੂਲਮ, ਉਹ ਸਾਰੀਆਂ ਚੀਜ਼ਾਂ ਆ ਜਾਂਦੀਆਂ, ਜਿੰਨੇ ਵੀ ਨਿਊਕਲੀਅਸ ਹੋ ਗਿਆ, ਐਂਡੋਪਲਾਜ਼ਮ ਰੈਟੀਕੂਲਮ, ਗੋਲਜੀ ਆਪਰੇਟਸ ਹੋ ਗਿਆ, ਵੈਕਿਊਲ ਹੋ ਗਿਆ, ਫਿਰ ER ਹੋ ਗਿਆ, ਮੀਨਸ ਇਹ ਸਾਰਾ ਕੁਛ ਹੋ ਗਿਆ। ਠੀਕ ਹੈ ਜੀ। ਸੋ ਸੈੱਲ ਆਰਗੇਨੇਲਸ ਐਂਡ ਸੈੱਲ ਇਨਕਲੂਜਨਸ। ਹੁਣ ਸੈੱਲ ਆਰਗੇਨੇਲਸ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਪੜ੍ਹਾਂਗੇ ਸੈੱਲ ਆਰਗੇਨੇਲਸ ਦੇ ਇੱਕ ਸਬ ਸੈਲੂਲਰ ਸਟਰਕਚਰਸ ਹੁੰਦੇ ਆ, ਜਿਹਦੇ ਵਿੱਚ ਹੈਵ ਕਰੈਕਟਰਿਸਟਿਕ ਫਾਰਮ, structure and function where certain processes are localized in the eukaryotes. They are the same throughout the living world. Cell organelles continue to survive and perform their functions even outside the cell if they are provided with environment similar to that of cytoplasm. ਜੇਕਰ ਸੈੱਲ ਆਰਗੇਨੇਲਸ ਨੂੰ ਜਿੱਦਾਂ ਦਾ ਇਨਵਾਇਰਮੈਂਟ ਸਾਈਟੋਪਲਾਜ਼ਮ ਦੇ ਵਿੱਚ ਮਿਲਦਾ ਹੈ, ਜੇ ਬਾਹਰ ਆ ਕੇ ਵੀ ਉੱਦਾਂ ਦਾ ਇਨਵਾਇਰਮੈਂਟ ਹੈ, ਤਾਂ ਉਹ ਸਰਵਾਈਵ ਕਰ ਸਕਦੇ ਆ। ਠੀਕ ਹੈ, ਫਿਰ ਉਸ ਤੋਂ ਬਾਅਦ ਬੇਸਿਸ ਆਫ ਮੈਂਬਰੇਨਸ ਕਵਰਿੰਗ। ਸੈੱਲ ਆਰਗੇਨੇਲਸ 3 ਟਾਈਪ ਦੇ ਹੁੰਦੇ ਆ, ਡਬਲ ਮੈਂਬਰੇਨ, ਠੀਕ ਹੈ, ਬਾਉਂਡ। ਕੁਝ ਡਬਲ ਮੈਂਬਰੇਨ ਹੁੰਦੇ ਆ ਜਿੱਦਾਂ ਮਾਈਟੋਕੌਂਡਰੀਆ, ਪਲਾਸਟਿਡ, ਇਹਨਾਂ ਦੀ ਜਿਹੜੀ ਮੈਂਬਰੇਨ ਡਬਲ। ਕੁਝ ਸਿੰਗਲ ਮੈਂਬਰੇਨ ਹੁੰਦੇ ਆ ਜਿੱਦਾਂ ਐਂਡੋਪਲਾਜ਼ਮ ਰੈਟੀਕੂਲਮ, ਗੋਲਜੀ ਆਪਰੇਟਸ, ਲਾਈਜ਼ੋਜ਼ੋਮਸ। ਠੀਕ ਹੈ, ਅਤੇ ਕੁਝ ਮੈਂਬਰੇਨ ਲੈਸ, ਕਈਆਂ ਦੀ ਮੈਂਬਰੇਨ ਐਬਸੈਂਟ ਹੁੰਦੀ ਜਿੱਦਾਂ ਰਾਈਬੋਜ਼ੋਮਸ, ਉਹਨਾਂ ਦੀ ਮੈਂਬਰੇਨ ਜਿਹੜੀ ਨਹੀਂ ਹੁੰਦੀ ਹੈ। ਠੀਕ ਹੈ, ਇਹਨਾਂ ਦੀ ਮੈਂਬਰੇਨ ਜਿਹੜੀ ਐਬਸੈਂਟ ਹੁੰਦੀ ਆ।
So many of these cell organelles have been discovered and studied only after the invention of electron microscope. ਅੰਡਰਸਟੂਡ। ਇਹ ਸਾਰੀਆਂ ਚੀਜ਼ਾਂ ਦੇਖੀਆਂ ਹੋਈਆਂ ਉਦੋਂ ਹੀ ਡਿਸਕਵਰੀ ਹੋਈ ਸੀ ਜਦੋਂ ਇਲੈਕਟ੍ਰੋਨ ਮਾਈਕਰੋਸਕੋਪ ਦੀ ਡਿਸਕਵਰੀ ਹੋਈ ਸੀ। ਸੈੱਲ ਇਨਕਲੂਜਨ ਆਰ ਨੋਨ ਲਿਵਿੰਗ। ਹੁਣ ਜਿਹੜੇ ਸੈੱਲ ਇਨਕਲੂਜਨ ਔਰ ਨੋਨ ਲਿਵਿੰਗ ਹੁੰਦੇ ਆ, ਡੀਟੋਪਲਾਜ਼ਮਿਕ ਬੋਲਦੇ ਆ, ਠੀਕ ਹੈ। ਐਗਾਸਟਿਕ ਸਬਸਟਾਂਸ ਹੁੰਦੇ ਆ, ਡਿਫਰੈਂਟ ਪਾਰਟਸ ਸੈੱਲ ਦੇ ਵਿੱਚ ਪ੍ਰੈਜੈਂਟ ਹੁੰਦੇ ਆ, ਜਿੱਦਾਂ ਵੈਕਿਊਲ ਦੇ ਵਿੱਚ, ਸਾਈਟੋਪਲਾਜ਼ਮ ਦੇ ਵਿੱਚ, ਸੈੱਲ ਵਾਲ ਦੇ। ਦੇ ਮੇ ਬੀ ਰਿਜ਼ਰਵ ਫੂਡ, ਪ੍ਰੋਟੀਨ ਔਰ ਐਲੂਰੋਗੇਨਸ, ਸੈਕਰੀਟਰੀ ਔਰ ਐਕਸਕ੍ਰੀਟਰੀ ਮਟੀਰੀਅਲਸ, एल्कलॉइड्स, रेजाइंस, गम्स, लेटेक्स, पिगमेंट्स, क्रिस्टल्स, ठीक है। सो पहले नंबर पर आता एंडोप्लाज्मिक रेटिकुलम। एंडोप्लाज्मिक रेटिकुलम एक कंपलैक्स नैटवर्क आ, मैमब्रेन बाउंड चैनल आ और फ्लैट सैक्स होंगे आ, ठीक है। आ स्ट्रक्चर होंदा, डबल मैमब्रेन होंदा, पहले ही आप पढ़ चुके हैं। सो इट मे बी कनैक्टेड टू बोथ आउटर न्यूक्लियर मैमब्रेन एज वेल एज प्लाज्मा मैमब्रेन। एक ये कनैक्टेड होंदा जो सैल ये बाहरली मैमब्रेन भी कनैक्टेड होंदा ते न्यूक्लियस की मैमब्रेन भी कनैक्टेड होंदा है। सो द मैमब्रेन ऑफ द एंडोप्लाज्मिक रेटिकुलम इज सिमिलर टू द स्ट्रक्चर ऑफ द प्लाज्मा मैमब्रेन। हुण एंडोप्लाज्मिक रेटिकुलम का जो स्ट्रक्चर है सेम टू सेम जिदा प्लाज्मा मैमब्रेन का स्ट्रक्चर होंदा इस तरह का होंदा है। एंडोप्लाज्म इज प्रेजेंट इन ए सैल एक्सैप्ट प्रोकैरियोट्स, ठीक है। हुण ये जिहड़ी है प्रोकैरियोट्स दे विच जिहड़ी एंडोप्लाज्मिक रेटिकुलम उहदी मैमब्रेन नहीं हुंदी उहदे विच, ठीक है। जां फिर आरबीसीज दे विच जिहड़ा है ये एबसेंट होंदा है। सो एंडोप्लाज्मिक रेटिकुलम बेटा सारे सैल्स दे विच पाया जांदा, बट प्रोकैरियोट्स दे विच नहीं पाया जांदा, ते दूसरा आरबीसी दे विच ये नहीं पाया जांदा, ठीक है। ये दो चीज़ां। सो फंक्शनस की एंडोप्लाज्मिक रेटिकुलम दे, ठीक है। प्रोटीन की सिंथेसिस होंदी है, लिपिड दी होंदी है, तुसीं जिद्दां भी लेते हेल्प्स इन द प्रोटीन सिंथेसिस, इट हेल्प्स इन द लिपिड सिंथेसिस, इट हेल्प्स इन द ट्रांसपोर्ट, इट गिव इंटरनल सपोर्ट्स टू साइटोप्लाज्म। सो ये तुसीं फंक्शन जिहड़े जिस तरह मर्जी लिख सकते हो, ठीक है जी। अंडरस्टूड है बेटा। सो नैक्सट आ जाता इंपॉर्टेंट तुहाडा अगे गोल्जी अपरेटस आ जाता बेटा। गोल्जी अपरेटस दे विच देखो गोल्जी कंपलैक्स भी बोलते हैं, एक ऑर्गेनेले होंदा, मैमब्रेन बाउंड होंदा, जिस जो सैक्स, टब्यूल, वैसिकल्स प्रेजेंट होंदे आ, ठीक है। बायोमोलिक्यूल्स नूं सिक्रीट करता है। न्यूक्लियस के क्लोज ये प्रेजेंट होंदा, इट इज फाउंड इन ऑल यूकैरियोटिक सैल्स, सारे यूकैरियोटिक सैल्स के विच ये प्रेजेंट होंदा है उस तरह ही, ठीक है। बट किहदे विच नहीं प्रेजेंट होंदा एक्सैप्ट इन ये भी आरबीसी दे विच एबसेंट होंदा, आरबीसी दे विच गोल्जी अपरेटस नहीं पाया जाता, ठीक है। ये याद रखनी है। गोल्जी अपरेटस एक सिंगल कंपलैक्स एनीमल सैल होंदा है। इन प्लांट सैल दे विच इज फाउंड ऑफ सैपरेट यूनिट्स। हुण गोल्जी अपरेटस जिहड़ा एनीमल सैल दे विच तां इहदा नाम गोल्जी अपरेटस आ, बट प्लांट सैल दे विच इहनूं की कहंदे आ डिक्टोजोम्स बोलते हैं, ये तुसीं गल याद रखनी है, ठीक है। द मैमब्रेन बाउंड सैक्स, द मैमब्रेन बाउंड सैक्स ऑफ गोल्जी अपरेटस आर थिन कर्व्ड होंदे आ, दे आर कॉल्ड द सिस्टन्स, सिस्टेनिया। सिस्टेनिया अकर इन स्मॉल स्टैक्स, टब्यूल, वेसिकल्स अकर ऑन द पेरीफेरी। मैमब्रेन्स ऑफ द गोल्जी अपरेटस मे डेवलप कनैक्शन विद मैमब्रेन ऑफ जो गोल्जी अपरेटस का कनैक्शन होंदा वो किहदे नाल जुड़िया होंदा, एंडोप्लाज्मिक रेटिकुलम दा, ताकि एक कंपलैक्स सैलूलर मैमब्रेन सिस्टम बनाया जाए। अंडरस्टूड। फिर उस तो बाद आ जाता फंक्शनस की है। पहली गल सैल मैमब्रेन ये की करता, रिपेयर करता है तो सिंथेसिस करता है कि सैल मैमब्रेन की, पहली गल, ठीक है। दूजे नंबर पर लाइजोजोम्स भी बोल, ठीक है। इट दे आर फॉर्मड बाय गोल्जी अपरेटस। लाइजोजोम्स जिहड़े होंदे आ किहने फॉर्म कौन फॉर्म करता, गोल्जी अपरेटस कर। सिक्रीशन की करता, इट इज़ द मेजर सिक्रीशन ऑफ मेजर फंक्शन ऑफ गोल्जी अपरेटस। गोल्जी अपरेटस जिहड़ा है एक सिक्रीशन विच हेल्प करता है। ऑल द सबसटांसिस विच आर टू बी सिक्रीटेड और एक्सक्रीटेड आर पैक्ड इन वैसिकल बाय गोल्जी अपरेटस, ठीक है। जो भी मटीरियल जो इनू कलैक्ट करता है तो उन्होंने बाहर कढ़ता है मैमब्रेन तो आउटसाइड, तो वो कौन करता है, गोल्जी अपरेटस करता है। एलैबोरेशन, apparatus take parts in storage, modification, packaging of various biochemicals produced by different components of cell, ठीक है। cell wall, components of cell wall except cellulose are synthesized by the Golgi apparatus। complex and special sugars जिहड़ी हो गई है वो कादियां कौन बनाता है, Golgi apparatus बनाती है, ठीक है। अंडरस्टूड। उस तो बाद लाइजोजोम्स की होंगे, लाइजोजोम स्मॉल स्फेरिकल्स वेसिकल्स होंगे, कवर्ड कौन करता है, सिंगल मैमब्रेन कवर्ड करदी है, जिहदे डाइजेस्टिव एंजाइम्स होंगे फॉर इंट्रा सैलूलर डाइजेशन के वेस्ट नूं डिस्पोजल करने दे विच। बिकॉज ऑफ देयर फंक्शन इन इंट्रा सैलूलर डाइजेशन लाइजोजोम्स नूं असीं की बोलते हैं, डाइजेस्टिव बैग्स भी बोलते हैं, ठीक है। सो डाइजेस्टिव एंजाइम्स कंटेन्ड इन लाइजोजोम्स आर ओन कौन सिंथेसाइज करता है, रफ एंडोप्लाज्मिक रेटिकुलम करता है, ठीक है। अंडरस्टूड है। दे आर पैक्ड इन लाइजोजोम बाय गोल्जी अपरेटस। लाइजोजोम फ्यूज्ड विद द स्ट्रक्चर to be digested
Enzymes are seldom released except when the cell has been damaged. Old organelles, germs, food particle fused with lysosomes are disposed by digestion. So means जो भी ये lysosomes ਇਹਨੂੰ ਅਸੀਂ ਸੁਸਾਈਡਲ ਬੈਗ ਇਸ ਕਰਕੇ ਕਹਿੰਦੇ ਆ ਕਿ ਜੋ ਵੀ ਵੇਸਟ ਮਟੀਰੀਅਲ ਹੁੰਦਾ ਕੋਈ ਹੈ ਨਾ ਉਹਨੂੰ ਕੌਣ ਰਿਲੀਜ਼ ਕਰਦਾ ਹੈ, ਕੌਣ ਬਾਹਰ ਕਰਦਾ ਹੈ, ਹੈਲਪ ਕਰਦਾ ਹੈ, ਲਾਈਜ਼ੋਜ਼ੋਮ ਉਹਨੂੰ ਹੈਲਪ ਕਰਦਾ ਹੈ। ਠੀਕ ਹੈ, ਫੰਕਸ਼ਨਸ ਕੀ ਹੈ? ਦੇ ਹੈਲਪ ਇਨ ਦ ਡਿਸਟਰਕਸ਼ਨ ਆਫ ਫੋਰਨ ਪਾਰਟੀਕਲਸ, ਕੋਈ ਬੈਕਟੀਰੀਆ ਵਾਇਰਸ ਆ ਜਾਂਦਾ ਉਹਨੂੰ ਉਹ ਤੋਂ ਬਚਾਉਂਦਾ ਹੈ ਬੋਡੀ ਨੂੰ। ਠੀਕ ਹੈ, ਡਾਈਜੈਸ਼ਨ ਮੀਨਸ ਦੇ ਐਕਟ ਹੈ ਡਿਫੈਂਸ, ਇਹ ਤੁਸੀਂ ਲਿਖ ਸਕਦੇ ਆ। ਕਾਹਤੋਂ ਹੁੰਦਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਡਾਈਜੈਸ਼ਨ ਦੇ ਵਿੱਚ ਹੈਲਪ, ਇੰਟਰਾਸੈਲੂਲਰ ਫੂਡ ਪਾਰਟੀਕਲਸ ਨੂੰ ਕਰਦਾ ਹੈ, ਕਲੀਨਜ਼ਿੰਗ ਦੇ ਵਿੱਚ ਹੈਲਪ ਕਰਦਾ ਹੈ, ਸਫਾਈ ਕਰਨ ਦੇ ਵਿੱਚ। ਠੀਕ ਹੈ, ਮੈਟਾਮੋਰਫੋਸਿਸ ਦੇ ਹੁੰਦੀ ਹੈ, ਜਦੋਂ ਮੈਟਾਮੋਰਫੋਸਿਸ ਹੁੰਦੀ ਹੈ ਇਹ ਤੁਸੀਂ ਹਾਇਰ ਕਲਾਸਿਸ ਪੜ੍ਹੋਗੇ ਕੀ ਹੁੰਦੀ ਆ। ਠੀਕ ਹੈ, ਸੋ ਅੱਗੇ ਆਉਂਦਾ ਮਾਈਟੋਕੌਂਡਰੀਆ। ਮਾਈਟੋਕੌਂਡਰੀਆ ਕੀ ਹੁੰਦਾ ਬੇਟਾ? ਪਾਵਰ ਹਾਊਸ, ਇੱਕ ਸੈੱਲ ਨੂੰ ਜੋ ਵੀ ਐਨਰਜੀ ਵਗੈਰਾ ਪ੍ਰੋਵਾਈਡ ਕਰਦਾ ਉਹ ਮਾਈਟੋਕੌਂਡਰੀਆ ਕਰਦਾ ਹੈ। ਰੋਡ ਸ਼ੇਪਸ ਹੁੰਦਾ ਆਰਗਨੈਲੇ। ਠੀਕ ਹੈ, ਕਾਹਦੇ ਵਿੱਚ ਹੈਲਪ ਕਰਦਾ ਹੈ? ਐਰੋਬਿਕ ਰੈਸਪੀਰੇਸ਼ਨ ਦੇ ਵਿੱਚ ਹੈਲਪ ਕਰਦਾ ਹੈ, ਕ੍ਰੈਬ ਸਾਈਕਲ ਦੇ ਵਿੱਚ। ਠੀਕ ਹੈ, ਮੈਮਲੀਅਨ RBC ਆਰ ਡਿਵਾਈਡ ਆਫ ਦੈਮ। ਮਾਈਟੋਕੌਂਡਰੀਆ commonly known as power house of cell. They contain enzymes necessary for total oxidation of food and release of high amount of energy from ATP. ठीक है, so the body uses energy stored in ATP for the synthesis of new chemical compounds and mechanical work. ATP is also known as ATP ਨੂੰ ਹੋਰ ਕੀ ਕਹਿੰਦੇ? ਐਨਰਜੀ ਕਨਜ਼ਿਊਮਿੰਗ ਸੈੱਲ ਵੀ ਕਹਿੰਦੇ ਅਸੀਂ। ਠੀਕ ਹੈ, ਅੰਡਰਸਟੂਡ। ਸੋ ਈਚ ਮਾਈਟੋਕੌਂਡਰੀਆ ਇਜ਼ ਬੌਂਡਡ ਵਿਦ ਦੋ ਮੈਂਬਰੇਨਸ ਹੁੰਦੀਆਂ। ਆਊਟਰ ਮੈਂਬਰੇਨ ਸਮੂਥ ਹੁੰਦੀ ਆ, ਪੋਰਸ ਹੁੰਦੀ ਆ, ਪੋਰਸ ਉਹਦੇ ਵਿੱਚ ਪ੍ਰੈਜ਼ੈਂਟ ਹੁੰਦੇ ਆ। ਇਨਰ ਮੈਂਬਰ ਫੋਲਡ ਮੀਨਸ ਇਸ ਤਰ੍ਹਾਂ, ਆਹ ਦੇਖੋ ਜਿਹੜੀ ਇਨਰ ਮੈਂਬਰ ਹੁੰਦੇ ਇਸ ਤਰ੍ਹਾਂ ਫੋਲਡ ਹੁੰਦੀ ਅੰਦਰ ਨੂੰ, ਆਹ ਦੇਖੋ ਆਹ ਚੀਜ਼ ਪ੍ਰੈਜ਼ੈਂਟ। ਅੰਡਰਸਟੂਡ ਹੈ, ਇਹਨੂੰ ਮਾਈਟੋਕੌਂਡਰੀਆ ਕਹਿੰਦੇ। ATP ਸਿੰਥੇਸਿਸ ਇਹਦੇ ਵਿੱਚ ਅਕਰ ਹੁੰਦੀ ਆ। ਠੀਕ ਹੈ, ਸੋ ਦੇ ਆਰ ਪਾਰਸ਼ਲੀ ਐਮਬੈਡਡ ਇਨ ਦ ਇਨਰ ਮੈਂਬਰੇਨ। ਮਾਈਟੋਕੌਂਡਰੀਆ ਇਨਕਲੋਜ਼ਡ ਹੈਵਿੰਗ ਅ DNA, ਮੈਟ੍ਰਿਕਸ ਹੈਵਿੰਗ DNA, ਰਾਈਬੋਜ਼ੋਮ, एंजाइम्स टेक पार्ट्स। एंजाइम ने की करना? अपना फंक्शन करना, रेस्पिरेशन करनी है। DNA राइबोसोम ने की करना? जी माइटोकॉन्ड्रिया सैमी ऑटोनोमस आ, दे आर एबल टू मैनुफैक्चर सम ऑफ द ओन प्रोटीन्स। ये की करता है? माइटोकॉन्ड्रिया जोड़ा आ ये अपने कुछ प्रोटीन्स ते एंजाइम्स नूं बनाउण दे विच हैल्प करता है। सो फंक्शन की है? पहले नंबर ते एरोबिक रेस्पिरेशन। माइटोकॉन्ड्रिया दा वो जिहड़ी साइट हुंदी है जिथे एरोबिक पार्ट हुंदा रेस्पिरेशन का। ठीक है, एनर्जी माइटोकॉन्ड्रिया एक एनर्जी प्रोवाइड करती है फॉर द वाइटल एक्टिविटीज़, सैल की कोई भी एक्टिविटी होनी हो। इंटरमीडिएट्स दे प्रोवाइड इंटरमीडिएट फॉर द सिंथेसिस ऑफ वेरियस केमिकल्स ऑफ फैटी एसिड, स्टेरॉइड्स, अमाइनो एसिड, क्लोरोफिल। ठीक है, सो अगे आ जाता प्लास्टिड्स आ जाते हैं। प्लास्टिड लार्ज सैल ऑर्गेनेले आ, प्लांट सैल दे विच पाए जाते हैं। सिंथेसाइज ते स्टोर करते हैं ऑर्गेनिक सबसटेंस। पिगमेंट्स ऑन द बेसिस ऑफ पिगमेंट प्रेजेंट दैन प्लास्टिड फॉलोइंग टाइप्स के आ। लिकोप्लास्ट हो गए, क्रोमोप्लास्ट हो गए। लिकोप्लास्ट एक कलरलैस प्लास्टिड्स होंगे। ठीक है, जे जनरली टेक पार्ट इन द स्टोरेज ऑफ फूड मटीरियल। दे आर ये कलरलैस होंगे बेटा, ये गल याद रखनी तुसीं। दो तरह के होंगे, लिकोप्लास्ट ते क्रोमोप्लास्ट। ठीक है, प्लास्टिड्स। सो ये कलरलैस होंगे लिकोप्लास्ट। ठीक है, फिर बोल रहा मैं हुण इहदे विच अलग अलग तरह के आ जाते। अमाइलोप्लास्ट होंगे जिहड़ी स्टार्च नूं स्टोर करते हैं। एलीरोप्लास्ट होंगे जिहड़े प्रोटीन्स नूं स्टोर करते। एलियोप्लास्ट होंगे जिहड़े ऑयल नूं स्टोर करते हैं। ठीक है, सो क्रोमोप्लास्ट की होंगे? दे आर कलर्ड प्लास्टिड्स होंगे। क्रोमोप्लास्ट आर दो टाइप्स होंगे, सब टाइप्स के, नॉन ग्रीन क्रोमोप्लास्ट ते ग्रीन क्रोमोप्लास्ट। ठीक है, तो उन्होंने असीं क्लोरोप्लास्ट कहते हैं। नॉन ग्रीन क्रोमोप्लास्ट फोटोसिंथेटिकली इनएक्टिव होंगे। द प्लास्टिड्स आर कलर्ड रेड, ऑरेंज, येलो ड्यू टू प्रेजेंस ऑफ कैरोटीनॉइड्स। ठीक है, दे आर मोस्टली फाउंड इन फ्लावर्स ते फ्रूट्स के विच ये पाए जाते हैं। ओके बेटा, सो नैक्सट आंदा अगे बेटा तुहाडे कोल क्लोरोप्लास्ट। ये किचन होंदा एक सैल का। ठीक है, प्लांट सैल दे विच पाया जाता। पहली गल सब तो मेन डिफरेंस ये है एनीमल सैल ते प्लांट सैल दे विच, क्योंकि प्लांट सैल दे विच क्लोरोप्लास्ट पाया जाता है। ठीक है, ग्रीन कलर प्लास्टिड्स होंगे, ये क्लोरोफिल प्रेजेंट होंगी है। दे आर अबंडेंट इन ग्रीन लीव्स, इन ग्रीन पार्ट ऑफ शूट। दे ट्रैप द सोलर, इन्हें की करना? एनर्जी नूं स्टोर करना, सोलर एनर्जी नूं, ते अपना फूड मैनुफैक्चर करना है। सो दे इन इस करके नूं दे आर द साइट्स ऑफ द फोटोसिंथेसिस। क्लोरोप्लास्ट इज़ बाउंडेड बाय एनवेल्प्ड बाय टू membrane, दो डबल membrane होंगी है। द इनसाइड ऑफ क्लोरोप्लास्ट क्लियरली मार्क्ड इनटू कलरलेस ग्राउंड मैट्रिक्स कॉल्ड स्ट्रोमा एंड अ membrane system is called a grana. Each granum consists of stack of membrane bounded flattened stacks thylakoids। ये thylakoids membranes भी प्रेजेंट होंगी है। ठीक है, आ देखो ग्रैनल thylakoids। ठीक है, वो एक दूजे नाल अटैच्ड आ। अंडरस्टूड, वो किहदे नाल अटैच है? स्ट्रोमल thylakoids नाल। आउटर मैंबरेन, इनर मैंबरेन, पेरीब्लास्टोस, ग्रैनम। अंडरस्टूड, सो ये सारिया चीज़ां ये प्रेजेंट होंगी है। ओके जी, सो ये जो मेजर रोल प्ले करता है क्लोरोप्लास्ट जोड़ा प्लांट्स के फूड की सिंथेसिस करने वास्ते।
ਹੁਣ ਇਹਦੇ ਫੰਕਸ਼ਨਸ ਕੀ ਆ, ਇੱਕ ਤਾਂ ਤੁਸੀਂ ਡਿਫਰੈਂਸ ਯੂਜ਼ ਕਰਨਾ ਬੇਟਾ ਇਹਨਾਂ ਦਾ, ਕਲੋਰੋ ਅਤੇ ਕ੍ਰੋਮੋ, ਇਹ ਪਤਾ ਹੋਣਾ ਚਾਹੀਦਾ ਤੁਹਾਨੂੰ। ਫੰਕਸ਼ਨ ਕੀ, ਕਲੋਰੋਪਲਾਸਟ ਇੱਕ ਕਲਰਸ, ਇਟ ਪ੍ਰੋਵਾਈਡ ਕਲਰ ਟੂ ਫਰੂਟਸ ਐਂਡ ਫਲਾਵਰਸ, ਉਹਨਾਂ ਨੂੰ ਇੱਕ ਕਲਰ ਪ੍ਰੋਵਾਈਡ ਕਰਦਾ ਹੈ, ਐਨੀਮਲਸ ਨੂੰ ਆਪਣੇ ਵੱਲ ਅਟਰੈਕਟ ਕਰਦਾ ਹੈ ਪੋਲੀਨੇਸ਼ਨ ਦੇ ਵਿੱਚ। ਸਟੋਰੇਜ ਕਰਦਾ ਹੈ, ਲਿਕੋਪਲਾਸਟ ਟੇਕ ਪਾਰਟ ਇਨ ਸਟੋਰੇਜ ਆਫ ਪ੍ਰੋਟੀਨਸ, ਜਿਹਨਾਂ ਨੂੰ ਲੀਰੋਪਲਾਸਟ ਬੋਲਦੇ ਹਾਂ, ਸਟਾਰਚ ਨੂੰ ਮਾਈਲੋਪਲਾਸਟ ਬੋਲਦੇ ਹਾਂ, ਠੀਕ ਹੈ। ਜਿਹੜੇ ਕਿ ਪ੍ਰੋਟੀਨ ਨੂੰ ਸਟੋਰ ਕਰਦੇ ਹਾਂ ਲੀਰੋਪਲਾਸਟ ਬੋਲਦੇ ਹਾਂ, ਸਟਾਰਚ ਨੂੰ ਕਰਦੇ ਹਾਂ ਮਾਈਲੋਪਲਾਸਟ ਬੋਲਦੇ ਹਾਂ, ਆਇਲ ਨੂੰ ਕਰਦੇ ਹਾਂ ਐਲੀਓਪਲਾਸਟ ਬੋਲਦੇ ਹਾਂ। ਫੋਟੋਸਿੰਥੇਸਿਸ, ਕਲੋਰੋਪਲਾਸਟ ਟੈਪ ਸੋਲਰ ਐਨਰਜੀ ਟੂ ਮੈਨੂਫੈਕਚਰ ਫੂਡ ਥਰੂ ਫੋਟੋਸਿੰਥੇਸਿਸ। ਆਕਸੀਜਨ ਕਾਰਬਨ ਡਾਈਆਕਸਾਈਡ ਬੈਲੈਂਸ ਹੋ ਜਾਂਦਾ, ਆਕਸੀਜਨ ਇਜ਼ ਬੀਇੰਗ ਕੰਜ਼ਿਊਮਡ ਇਨ ਕੰਬਸ਼ਨ ਐਂਡ ਰੈਸਪੀਰੇਸ਼ਨ, ਕਾਰਬਨ ਡਾਈਆਕਸਾਈਡ being produced in two processes. Chloroplasts maintain the balance of two gases by absorbing carbon dioxide and releasing oxygen in the photosynthesis, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਆ ਜਾਂਦਾ ਬੇਟਾ ਤੁਹਾਡਾ ਨੈਕਸਟ ਪਾਰਟ ਆ ਜਾਂਦਾ ਰਾਈਬੋਸੋਮਸ, ਸਮੋਲ ਹੁੰਦੇ ਆ, ਰਾਊਂਡਡ ਬੋਡੀਜ਼ ਹੁੰਦੀਆਂ, ਕਈ ਵਾਰ ਫਰੀਲੀ ਪ੍ਰੈਜੈਂਟ ਹੁੰਦੀਆਂ ਸਾਈਟੋਪਲਾਜ਼ਮ ਦੇ ਵਿੱਚ, ਜਾਂ ਫਿਰ ਐਂਡੋਪਲਾਜ਼ਮਿਕ ਰੈਟੀਕੂਲਮ ਦੇ ਨਾਲ ਇਹ ਅਟੈਚ ਹੁੰਦੀਆਂ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਹੋਇਆ, ਠੀਕ ਹੈ। ਦੇ ਆਰ ਕੰਪੋਜ਼ ਕਾਹਦੀਆਂ ਬਣੀਆਂ ਹੁੰਦੀਆਂ, RNA ਦੀਆਂ, ਪ੍ਰੋਟੀਨਸ ਦੀਆਂ, ਠੀਕ ਹੈ। ਸੋ ਦੇ ਆਰ ਨੋਟ ਬਾਉਂਡਡ ਬਾਈ ਮੈਂਬਰੇਨ, ਕੋਈ ਮੈਂਬਰੇਨ ਨਹੀਂ ਇਹਨੂੰ ਕਵਰ ਕਰਦੀ। ਸੋ ਦੇ ਆਰ ਪ੍ਰੈਜੈਂਟ ਇਨ, ਇਹ ਦੋਨਾਂ ਵਿੱਚ ਪ੍ਰੈਜੈਂਟ, ਬੋਥ ਪ੍ਰੋਕੈਰੀਓਟ। ਹੁਣ ਇਹ ਕੁਐਸਚਨ ਆ ਸਕਦਾ ਤੁਹਾਨੂੰ ਬੇਟਾ, ਕਿਹੜਾ ਆਰਗਨਲ ਆ ਜਿਹੜਾ ਪ੍ਰੋਕੈਰੀਓਟਸ ਦੇ ਵਿੱਚ ਵੀ ਅਤੇ ਯੂਕੈਰੀਓਟਸ ਦੇ ਵਿੱਚ, ਦੋਨਾਂ ਦੇ ਵਿੱਚ ਪ੍ਰੈਜੈਂਟ ਹੁੰਦਾ। ਸੋ ਤੁਹਾਨੂੰ ਰਾਈਬੋਸੋਮਸ ਇਹਦਾ ਆਨਸਰ ਆ। ਸੋ ਐਬਸੈਂਟ ਕਿਹਦੇ ਵਿੱਚ ਹੁੰਦਾ ਹੈ, ਦੇ ਆਰ ਐਬਸੈਂਟ ਇਨ RBC ਸੈੱਲ ਦੇ ਵਿੱਚ ਇਹ ਜਿਹੜੇ ਰਾਈਬੋਸੋਮਸ ਆ ਐਬਸੈਂਟ ਹੁੰਦੇ ਆ, ਠੀਕ ਹੈ। ਸੋ ਰਾਈਬੋਸੋਮਸ ਆਰ ਦਾ, ਰਾਈਬੋਸੋਮ ਫੰਕਸ਼ਨ ਕੀ ਹੈ, ਰਾਈਬੋਸੋਮ ਦੀ ਇੱਕ ਪ੍ਰੋਟੀਨ ਦੀ ਸਿੰਥੇਸਿਸ ਕਰਦਾ ਹੈ, ਬਸ ਇਹ ਮੇਨ ਫੰਕਸ਼ਨ ਆ ਇਹਦਾ, ਠੀਕ ਹੈ। ਸੈਂਟਰੋਜ਼ੋਮ ਆ ਗਿਆ, ਸਮੋਲ ਨੇਟ ਆਰਗਨੈਲੇ ਹੁੰਦਾ, ਨਿਊਕਲੀਅਸ ਦੇ ਨੀਅਰ ਪ੍ਰੈਜੈਂਟ ਹੁੰਦਾ ਇਹ, ਠੀਕ ਹੈ। ਐਨੀ ਸੈਲਸ ਆਫ ਐਨੀਮਲਸ ਐਂਡ ਸਮ ਲੋਅਰ ਪਲਾਂਟਸ। ਇਟ ਹੈਜ਼ ਸ਼ੀਟ ਆਫ ਸਪੈਸ਼ਲਾਈਜ਼ਡ ਸਾਈਟੋਪਲਾਜ਼ਮ ਕਾਲਡ ਸੈਂਟਰੋਫੀਅਰ। It encloses two microcylinders and centrioles. The two centrioles lie at the right angles to each other. Each centriole has 9 triplet fibers ਦੀ ਤਰ੍ਹਾਂ ਪ੍ਰੈਜੈਂਟ ਹੁੰਦੇ ਆ, ਠੀਕ ਹੈ। ਸੋ ਵੈਕਿਊਲਸ ਆ ਜਾਂਦਾ ਤੁਹਾਡਾ ਲਾਸਟ, ਇਹ ਕਿ ਇੱਕ ਮੈਂਬਰੇਨ ਬਾਉਂਡ ਨੋਨ ਸਾਈਟੋਪਲਾਜ਼ਮਿਕ ਸੈਕ ਹੁੰਦਾ, ਨੋਨ ਲਿਵਿੰਗ ਸੋਲਿਡ ਅਤੇ ਲਿਕੁਇਡ ਕੰਟੈਂਟ ਇਹਦੇ ਪ੍ਰੈਜੈਂਟ ਹੁੰਦਾ। ਸੈਪ ਵੈਕਿਊਲ, ਫੂਡ ਵੈਕਿਊਲ, ਕੰਟਰੈਕਟਾਈਲ ਵੈਕਿਊਲ ਸਾਰੇ ਪ੍ਰੈਜੈਂਟ ਹੁੰਦੇ ਆ। ਸੈਪ ਵੈਕਿਊਲ ਕੀ ਹੈ, they are the common fluid filled vacuoles which occur in both plant and animals cells. In animal and young plant cells, sap vacuoles are small. In mature plant cells, they are called the central vacuole, occupying 50 to 90% cell ਦਾ volume ਹੁੰਦਾ। The covering membrane of the sap vacuole is tonoplast. sap vacuole ਨੂੰ ਜਿਹੜੀ ਮੈਂਬਰੇਨ ਕਵਰ ਕਰਦੀ ਆ ਉਹਨੂੰ ਅਸੀਂ ਕੀ ਬੋਲਦੇ ਹਾਂ, ਟੋਨੋਪਲਾਸਟ। ਇਹ ਬਹੁਤ ਵਾਰੀ ਕੁਐਸਚਨ ਆਇਆ ਹੋਇਆ ਬੇਟਾ। ਸੋ ਟੋਨੋਪਲਾਸਟ ਤੁਹਾਨੂੰ ਪਤਾ ਹੋਣਾ ਚਾਹੀਦਾ। ਦਾ ਫਲੂਇਡ ਕੰਟੈਂਟ ਆਫ ਦਾ ਵੈਕਿਊਲ, ਉਹਨੂੰ ਸੈਲਸ ਜਿਹੜਾ ਇਹਦੇ ਵਿੱਚ ਫਲੂਇਡ ਪ੍ਰੈਜੈਂਟ ਆ, ਇਹਨੂੰ ਤੁਸੀਂ ਕੀ ਬੋਲੋਗੇ, ਸੈੱਲ ਸੈਪ। ਇਹ ਵੀ ਕੁਐਸਚਨ ਆ 1 ਮਾਰਕਸ ਦਾ, ਸੈੱਲ ਸੈਪ ਕੀ ਹੁੰਦਾ ਅਤੇ ਟੋਨੋਪਲਾਸਟ ਕੀ ਹੁੰਦਾ, ਦੋਨੇ ਬਹੁਤ ਇੰਪੋਰਟੈਂਟ ਕੁਐਸਚਨ ਆ, ਠੀਕ ਹੈ ਜੀ। ਸੈਪ ਵੈਕਿਊਲ ਦੇ ਵਿੱਚ ਹੁਣ ਕੀ ਅੰਦਰ ਹੁੰਦਾ, ਸੈਪ ਵੈਕਿਊਲ ਦੇ ਵਿੱਚ ਸਾਲਟਸ, ਸ਼ੂਗਰ, ਅਮਾਈਨੋ ਐਸਿਡ, ਆਰਗੈਨਿਕ ਸਮ ਪ੍ਰੋਟੀਨਸ। ਇਟ ਇਜ਼ ਆਲਸੋ ਡੰਪ ਫॉर ਵੇਸਟ ਪ੍ਰੋਡਕਟਸ ਇਨ ਪਲਾਂਟ ਸੈਲਸ। डाइजेस्टिव एंजाइम्स हैव आल्सो बीन रिपोर्टेड, ठीक है। फिर नैक्सट आंदा उस तो बाद फूड वैक्यूल्स आते हैं सम सिंगल सैल ऑर्गेनिज्म, जिदा अमीबाइड सैल्स होंगे, हायर एनिमल, ये इनजैस्टड फूड पार्टिकल्स होंगे जोड़े लाइसोसोम फ्यूज़ करते तो फूड वैक्यूल्स वो बनाते हैं। कॉन्ट्रैक्टाइल वैक्यूल दे आर यूनीसैलुलर फ्रैश वाटर ऑर्गेनिज्म, अमीबा, पैरामीशियम, क्लाइमेडोमोनास, उन्होंने हुण फंक्शनस की है, ऑस्मोरेगुलेशन ते एक्सक्रीशन विच हैल्प करते हैं कॉन्ट्रैक्टाइल वैक्यूल, ठीक है। स्टोरेज दे विल हैल्प करते हैं, बहुत सारे सबस्टांस स्टोर करता, साल्स, अमाइनो एसिड्स, ऑर्गेनिक सम प्रोटीन्स। फिर कोई सैल का जोड़ा वेस्ट मटीरियल उन्होंने ये स्टोर करते हैं। फूड वैक्यूल्स, फॉर्मेशन ऑफ फूड वैक्यूल्स विच अकर इन मैनी यूनिसेलुलर, टर्जिडिटी एंड रिजिडिटी दे आर ड्यू टू वैक्यूल्स। So absorption of water, stair vacuole maintain osmotic condition required for the absorption of the water, ठीक है। So this is all about your chapter बेटा, ठीक है। सो ये तुम आ इंपॉर्टेंट सारा करना, ये सारी अपनी कॉपी के होमवर्क है थोड़ा बेटा, सारिया चीज़ां लिखनिया, किहड़ियां लिखनिया तुहानूं पता होना चाहिए। आ भी चीज़ लिखनी है, स्मॉलेस्ट ऑर्गेनल, लार्जेस्ट ऑर्गेनल, लार्जेस्ट ऑर्गेनल इन एनीमल्स, लार्जेस्ट सेल स्ट्रक्चर, ठीक है। टोनोप्लास्ट की होंदा है, ठीक है। वायरस की होंदे आ, ना तो प्रोकैरियोट होंदे, ना ही यूकैरियोट होंदे, ठीक है। सो बेटा ये सारिया चीज़ां करनियां लिखनियां तुहानूं पता होने चाहिए 1 मार्क्स से, ठीक है। फिर आ देखो नीचे होर की पॉइंट्स दिते हुए हैं। सैल की टर्म किहने दी, रॉबर्ट हुक ने, ठीक है। सैल एक स्ट्रक्चर फंक्शन यूनिट, सैल की थ्योरी किहने दी सी, ठीक है,
ਸਮਾਲੈਸਟ ਆਰਗੈਨਿਜ਼ਮ ਕਿਹੜਾ PPLO, ਠੀਕ ਹੈ ਜੀ, ਅੰਡਰਸਟੂਡ ਆ। ਸੋ ਠੀਕ ਹੈ ਜੀ, ਇਹਦਾ ਸੈੱਲ ਦਾ ਸਟਰਕਚਰ ਆਪਣਾ ਕਾਪੀ 'ਤੇ ਬਣਾਉਣਾ, ਹੋਮਵਰਕ ਹੈ ਵੀ ਤੁਹਾਡਾ। ਹੁਣ ਜੋ ਕਰਨਾ ਤੁਸੀਂ, ਔਰ ਵਿੱਚ ਜੋ ਵੀ ਮੈਂ ਇੰਪੋਰਟੈਂਟ ਬੇਟਾ ਦੱਸਦਾ ਰਹਿਣਾ, ਜਿੱਦਾਂ ਮੈਂ ਇੱਥੇ ਟੋਨੋਪਲਾਸਟ ਦੱਸਿਆ ਜੀ, ਸੈਲ ਸੈਪ ਦੱਸਿਆ ਸੀਗਾ, ਆਹ ਰਾਈਬੋਸੋਮ ਦੱਸਿਆ ਸੀਗਾ ਕਿ ਇਹ ਦੇ ਆ, ਸੋ ਦੇ ਆਰ ਪ੍ਰੈਜੈਂਟ, ਇਹ ਦੋਨਾਂ 'ਚ ਪ੍ਰੈਜੈਂਟ ਹੁੰਦਾ, ਪ੍ਰੋਕਰਾਈਡ ਅਤੇ ਯੂਕਰਾਈਡ ਦੇ ਵਿੱਚ। ਇਹ ਤੁਸੀਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਠੀਕ ਹੈ। ਹੁਣ RBC ਦੇ ਵਿੱਚ ਬਹੁਤ ਸਾਰੇ, RBC ਸੈੱਲ ਦੇ ਵਿੱਚ ਬਹੁਤ ਸਾਰੇ ਆਰਗੈਨਲ ਨਹੀਂ ਪ੍ਰੈਜੈਂਟ ਹੁੰਦੇ, ਜਿੱਦਾਂ ਰਾਈਬੋਸੋਮਸ ਵੀ ਨਹੀਂ ਸੀਗਾ, ਠੀਕ ਹੈ, ਫਿਰ ਮਾਈਟੋਕੌਂਡਰੀਆ ਵੀ ਨਹੀਂ ਸੀਗਾ, ਅੰਡਰਸਟੂਡ ਆ। ਸੋ ਇਹ ਗੱਲਾਂ ਬੇਟਾ ਤੁਹਾਨੂੰ ਤੁਸੀਂ ਯਾਦ ਕਰਨੀਆਂ, ਇਹ ਲਿਖਣੀਆਂ ਆ, ਤਾਂ ਇਹ ਯਾਦ ਹੋਣਗੀਆਂ ਤੁਹਾਨੂੰ, ਠੀਕ ਹੈ। ਜਿਹੜੀ ਚੀਜ਼ ਵੀ RBC ਦੇ ਵਿੱਚ ਸੈੱਲ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਆਰਗੈਨਲ ਨਹੀਂ ਪ੍ਰੈਜੈਂਟ, ਉਹ ਤੁਹਾਨੂੰ ਪਤਾ ਹੋਣੇ ਚਾਹੀਦੇ। ਸੋ ਦਿਸ ਇਜ਼ ਆਲ ਅਬਾਊਟ ਯੂਅਰ ਚੈਪਟਰ, ਠੀਕ ਹੈ। ਤੋ ਇਹ ਸਾਰਾ ਕੁ ਕੰਪਲੀਟ ਕਰਨਾ ਤੁਸੀਂ, ਬਾਕੀ ਕੁਐਸਚਨ ਆਨਸਰਸ ਮੈਂ ਤੁਹਾਡੇ ਨਾਲ ਨੈਕਸਟ ਵੀਡੀਓ 'ਚ ਡਿਸਕਸ ਕਰੂੰਗਾ, ਜਾਂ ਤੁਹਾਨੂੰ ਔਨਲਾਈਨ ਕਲਾਸ ਲਗਾਊਂਗਾ ਉਹਦੀ, ਠੀਕ ਹੈ ਬੇਟਾ। ਥੈਂਕ ਯੂ ਬੇਟਾ।